बहुत स्वागत है जी सारिਆਂ ਦਾ। मैं हाँ सुरिंदर डल्ला और बहुत खास शो करांगे अज यूके उपर और आस्ट्रेलिया ते। बीते कुछ समय तो आस्ट्रेलिया की गल बहुत घट हो रही है। की अपडेट्स ने टीम ग्लोबल दे चीफ साडे नाल मौजूद ने गैवी क्लेयर साहब। गैवी जी बहुत बहुत स्वागत है जी। सत श्री अकाल जी सारिਆਂ ਨੂੰ ਧੰਨਵਾਦ जी। गैवी जी यूके बारे यूके का VFS भी काम कर रहा है। यूके बारे सब तो पहला तुहाडी नज़र च किहड़े ताज़े अपडेट ने वो मैं जानना चाहूँगा और दूसरा यूके च किन्नियां कुछ संभावनावां ने कि इन कैंपस साडे स्कूल जाके साडे स्टूडेंट्स जाके उत्थे पढ़ सकणगे और नाल दी नाल स्पाउस वीज़ा लई मैनूं पता लग्या कि इस वक्त बहुत चंगियां संभावनावां ने। अजिहा क्यों है? सारे सवाल ने जिन्हां दे उत्ते मैं तुहाडे तो जवाब लऊंगा। सब तो पहला इस वक्त की ताज़ा स्थिति यूके दे नैक्सट इंटेक्स की है? ਧੰਨਵਾਦ ਜੀ ਡੱਲਾ ਸਾਹਿਬ। ਮੇਨ ਗੱਲ ਕੀਤੀ ਜਾਵੇ ਯੂਕੇ ਹੀ ਇੱਕ ਪਿਛਲੇ 4-5 ਮਹੀਨੇ ਤੋਂ ਜੇ ਗੱਲ ਕੀਤੀ ਜਾਵੇ ਕਿ ਯੂਕੇ ਨੇ ਹੀ VFS ਜਿਹੜੇ ਉਹ ਆਪਣੇ ਓਪਨ ਕਰ ਦਿੱਤੇ ਹੈ 6 ਜੁਲਾਈ ਤੋਂ ਲੈ ਕੇ। ਫਿਲਹਾਲ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਜਾਂ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਕੋਈ ਵੀ ਐਡੀ ਠੋਸ ਖਬਰ ਨਹੀਂ ਆ ਰਹੀ ਹੈਗੀ ਕਿ ਕਦੋਂ ਉਹ VFS ਖੋਲ੍ਹ ਰਹੇ ਹੈਗੇ ਆ ਜਾਂ ਕਦੋਂ ਫਲਾਈਟਾਂ ਓਪਨ ਕਰ ਰਹੇ ਜਾਂ ਐਮਬੈਸੀ ਓਪਨ ਕਰ ਰਹੇ ਹੈਗੇ ਆ। ਯੂਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਯੂਕੇ ਨੇ 6 ਜੁਲਾਈ ਤੋਂ ਆਪਣੇ VFS ਖੋਲ੍ਹ ਦਿੱਤੇ ਹੈਗੇ ਨੇ ਕਿ ਤੁਸੀਂ ਆਪਣੀਆਂ ਫਾਈਲਾਂ ਜਮ੍ਹਾਂ ਕਰਵਾ ਸਕਦੇ ਹੋ ਔਰ ਵੀਜ਼ੇ ਹਾਸਲ ਕਰ ਸਕਦੇ ਹੋ ਸਤੰਬਰ ਇਨਟੇਕ ਵਾਸਤੇ। ਸੋ ਗੱਲ ਕੀਤੀ ਜਾਵੇ ਕਿ ਯੂਕੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਹਾਡੇ ਕੋਲ ਆਪਸ਼ਨਸ ਬਹੁਤ ਵਧੀਆ ਹੈਗੀਆਂ ਕਿਉਂਕਿ ਲਾਸਟ 3-4 ਮਹੀਨੇ ਤੋਂ ਆਇਲ ਸੈਂਟਰ ਵੀ ਬੰਦ ਹੈਗੇ ਨੇ। ਬੱਚੇ ਆਇਲਸ ਜਾਂ PT ਵਗੈਰਾ ਵੀ ਨਹੀਂ ਕਰ ਸਕੇ ਹੈਗੇ। ਸੋ ਉਹਨਾਂ ਬੱਚਿਆਂ ਵਾਸਤੇ ਜਿਹੜੇ ਬੱਚੇ ਗ੍ਰੈਜੂਏਸ਼ਨ ਪਾਸ ਹੈਗੇ ਨੇ 50 ਤੋਂ ਵੱਧ ਨੰਬਰ ਹੈਗੇ ਉਹਨਾਂ ਦੇ ਗ੍ਰੈਜੂਏਸ਼ਨ ਤੋਂ ਚੰਗੀ ਇੰਗਲਿਸ਼ ਬੋਲ ਲੈਂਦੇ ਹੈਗੇ ਉਹ ਤੁਹਾਡੇ ਕੋਲ ਵਿਦਾਊਟ ਆਇਲਸ ਆਪਸ਼ਨ ਹੈਗੀ ਆ। ਤੁਸੀਂ ਵਿਦਾਊਟ ਆਇਲਸ ਆਪਸ਼ਨ ਦੇ ਵਿੱਚ ਆਪਣੀ ਆਫਰ ਲੈਟਰ ਹਾਸਲ ਕਰ ਸਕਦੇ ਹੋ ਮਾਸਟਰਸ ਵਾਸਤੇ ਔਰ ਆਪਣੇ ਹਸਬੈਂਡ ਦੇ ਨਾਲ ਉੱਥੇ ਜਾ ਸਕਦੇ ਹੋ। ਸੋ ਲੈਵਲ 1 ਦੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਜਿੱਦਾਂ ਪੰਜਾਬ ਯੂਨੀਵਰਸਿਟੀ ਹੋ ਗਈ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ। ਤੁਹਾਡੇ 50 ਤੋਂ ਵੱਧ ਨੰਬਰ ਹੈਗੇ ਆ, ਤੁਸੀਂ BA ਪੜ੍ਹੇ ਹੋ, BCom ਕੀਤੀ ਹੈ, ਚਾਹੇ BSc ਨਰਸਿੰਗ ਕੀਤੀ ਹੈਗੀ ਆ। ਸੋ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦੇ ਹੋ। ਸੋ ਦੂਜੀ ਗੱਲ ਕਰਦਾ ਜਿਹੜੇ ਬੱਚੇ ਸਾਲ 2 ਸਾਲ ਦਾ ਗੈਪ ਹੈਗਾ +2 ਪਾਸ ਨੇ ਆਇਲਸ ਜਾਂ PT ਚੋਂ 6 ਬੈਂਡ ਨੇ ਜਾਂ ਉਹਨਾਂ ਦੇ 6 ਬੈਂਡ ਵਾਲੀ ਇੰਗਲਿਸ਼ ਹੈਗੀ ਆ ਉਹ ਵੀ ਵਿਦਾਊਟ ਆਇਲਸ ਅਪਲਾਈ ਕਰ ਸਕਦੇ ਨੇ। ਸੋ ਇੰਗਲਿਸ਼ ਦਾ ਮਤਲਬ ਮੇਰਾ ਇਹ ਹੈਗਾ ਕਿ ਹਰ ਇੱਕ ਯੂਨੀਵਰਸਿਟੀ ਚੰਗਾ ਸਟੂਡੈਂਟ ਲੈਣਾ ਚਾਹੁੰਦੀ ਆ ਜਿਹੜਾ ਬੱਚਾ ਇੰਗਲਿਸ਼ ਬੋਲ ਸਕਦਾ ਹੈ ਔਰ ਇੰਗਲਿਸ਼ ਸਮਝ ਸਕਦਾ ਹੈ ਕਿਉਂਕਿ ਇੱਥੋਂ ਕੋਈ ਜੇ ਤੁਹਾਡਾ ਕਈ ਸੁਣਨ ਨੂੰ ਮੇਰੇ ਆਉਂਦੇ ਡੱਲਾ ਸਾਹਿਬ ਬੱਚੇ ਵੀ ਸਾਨੂੰ ਏਜੰਟ ਨੇ ਕਿਹਾ ਮੈਂ ਖੁਦ ਇੰਟਰਵਿਊ ਕਰਵਾ ਦੂੰ। ਸੋ ਇੱਥੋਂ ਇੰਟਰਵਿਊ ਕਰਵਾ ਕੇ ਤੁਹਾਡਾ ਵੀਜ਼ਾ ਕਰਾ ਦੂਗਾ ਬਟ ਏਅਰਪੋਰਟ 'ਤੇ ਉਹ ਤੁਹਾਨੂੰ ਤੁਹਾਡੇ ਨਾਲ ਨਹੀਂ ਜਾਏਗਾ। ਏਅਰਪੋਰਟ 'ਤੇ ਤੁਹਾਨੂੰ ਆਪ ਉੱਥੋਂ ਐਂਟਰੀ ਕਲੀਅਰ ਕਰਨੀ ਪੈਣੀ ਹੈ। ਦੂਸਰੀ ਗੱਲ ਯੂਨੀਵਰਸਿਟੀ ਦੇ ਵਿੱਚ ਵੀ ਕੱਲ੍ਹ ਨੂੰ ਤੁਹਾਡਾ ਮਜ਼ਾਕ ਉੱਡੇਗਾ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤੇ। ਸੋ ਇੰਟਰਵਿਊ ਦੀ ਪ੍ਰੋਪਰ ਪ੍ਰੈਪਰੇਸ਼ਨ ਕਰਕੇ ਚੱਲੋ ਤਾਂ ਜੋ ਇਨ ਕੇਸ ਹਾਈ ਕਮਿਸ਼ਨ 'ਚੋਂ ਕਾਲ ਆ ਜਾਂਦੀ ਹੈ ਤੁਹਾਨੂੰ ਜਾਂ ਤੁਹਾਨੂੰ ਏਅਰਪੋਰਟ 'ਤੇ ਸਟਾਪ ਕਰ ਲੈਂਦੀ ਇਮੀਗ੍ਰੇਸ਼ਨ। ਉਹਨਾਂ ਦਾ ਇਹੀ ਸਵਾਲ ਹੁੰਦਾ ਕਿ ਤੁਸੀਂ ਕਿਹੜਾ ਕੋਰਸ ਕਰਨ ਚੱਲੇ ਹੋ, ਕਿਹੜਾ ਕੀ ਪੜ੍ਹਾਈ ਕੀਤੀ ਹੋਈ ਆ, ਫੰਡ ਕਿੱਥੋਂ ਸ਼ੋਅ ਕੀਤੇ ਆ, ਇਸ ਯੂਨੀਵਰਸਿਟੀ 'ਚ ਕਿਉਂ ਜਾ ਰਹੇ ਹੋ। ਸੋ ਜਰਨਲ ਨੌਲੇਜ ਆ 4 ਤੋਂ 5 ਮਿੰਟ ਦੀ ਕਾਲ ਕਰਦੇ ਆ। ਸੋ ਉਹ ਤੁਸੀਂ ਆਪਣੀ ਪ੍ਰੋਪਰ ਪ੍ਰੈਪਰੇਸ਼ਨ ਕਰਕੇ ਚੱਲੋ ਤਾਂ ਜੋ ਤੁਹਾਨੂੰ ਵੀਜ਼ਾ ਲੈਣ 'ਚ ਕੋਈ ਪ੍ਰੋਬਲਮ ਨਾ ਆ ਸਕੇ। बिल्कुल ठीक है। और स्पाउस वीज़ा की हुण की संभावना है? स्पाउस वीज़ा ਲਈ ਕਿਹੜੇ स्टूडेंट ਤੁਹਾਡੀ ਨਜ਼ਰ 'ਚ एलिजिबल ਨੇ ਔਰ ਇਕੱਠੇ ਸਪਾਊਸ ਇਹਨਾਂ ਹਾਲਾਤਾਂ 'ਚ ਵੀ ਹੁਣ ਜਾਏਗਾ? ਜੀ ਬਿਲਕੁਲ ਡੱਲਾ ਸਾਹਿਬ ਜਿੱਦਾਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਚੱਲ ਰਿਹਾ ਹੈਗਾ ਕਿ ਲਾਸਟ ਟਾਈਮ ਵੀ ਆਪਣੇ ਕਾਫੀ ਵੀਜ਼ੇ ਮੈਂ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੇ ਹੋਏ ਤੁਸੀਂ ਉਹਨਾਂ ਦੇ ਵਿਊ ਦੇਖ ਸਕਦੇ ਹੋ। ਸਪਾਊਸ ਕੇਸ ਬੱਚਿਆਂ ਦੇ ਸਪਾਊਸ ਕੇਸ ਜੇ ਵਿਦਾਊਟ ਆਇਲਸ ਜਾਣਾ ਉਹੀ ਮੈਂ ਗੱਲ ਕੀਤੀ ਹੈ ਕਿ 50% ਨੰਬਰ ਚਾਹੀਦੇ ਗ੍ਰੈਜੂਏਸ਼ਨ 'ਚ। ਜੇ ਮਾਸਟਰਸ ਕੀਤੀ ਹੈ ਤਾਂ ਵੀ 50 ਤੋਂ ਵੱਧ ਚਾਹੀਦੇ ਹੈਗੇ ਬਟ ਇੰਗਲਿਸ਼ ਸਕਿੱਲਸ ਤੁਹਾਡੇ ਵਧੀਆ ਹੋਣੇ ਚਾਹੀਦੇ ਕਿਉਂਕਿ ਸਕਾਈਪ ਤੇ ਇੰਟਰਵਿਊ ਹੋਏਗੀ ਯੂਨੀਵਰਸਿਟੀ। ਜਦੋਂ ਸਪਾਊਸ ਕੇਸ ਜਾਣਾ ਹੈ ਤੇ ਪੂਰੇ ਜੋੜੇ ਦੇ ਹੀ ਸਕੋਰ ਇੰਗਲਿਸ਼ ਤੇ ਮੈਟਰ ਕਰਦੇ ਨੇ ਜਾਂ ਮੇਨ ਐਪਲੀਕੈਂਟ ਦਾ ਮੈਟਰ ਕਰੇਗਾ। ਸਪਾਊਸ ਦਾ ਸਿਰਫ ਜਿਹੜਾ ਤੁਹਾਡਾ ਹਸਬੈਂਡ ਡਿਪੈਂਡੈਂਟ ਵੀਜ਼ੇ ਤੇ ਜਾ ਰਿਹਾ ਹੈਗਾ ਨਾਲ ਉਹਦਾ ਮੈਰਿਜ ਸਰਟੀਫਿਕੇਟ ਤੇ ਉਹਦੀ ਇਨਕਮ ਟੈਕਸ ਦੀ ਰਿਟਰਨ ਦੇਖੀ ਜਾਏਗੀ ਪਲੱਸ ਉਹਦੇ ਲਿਵਿੰਗ ਐਕਸਪੈਂਸ। ਸੋ ਗੱਲ ਕੀਤੀ ਜਾਵੇ ਲਿਵਿੰਗ ਐਕਸਪੈਂਸ ਜੇ ਦੋਨਾਂ ਦੀ ਗੱਲ ਕੀਤੀ ਜਾਵੇ ਫੰਡ ਸ਼ੋਅ ਦੀ ਤਾਂ ਆਪਾਂ ਨੂੰ ਐਟਲੀਸਟ 24 ਤੋਂ 25 ਲੱਖ ਰੁਪਈਆ ਚਾਹੀਦਾ। 28 ਦਿਨ ਪੁਰਾਣਾ ਤੁਹਾਡਾ ਜੁਆਇੰਟ ਅਕਾਊਂਟ ਹੋ ਜੇ ਚਾਹੇ ਜੇ ਇੰਡੀਵਿਜੂਅਲ ਵੀ ਹੈਗਾ ਹਸਬੈਂਡ ਦੇ ਜਾਂ ਵਾਈਫ ਦੇ ਨਾਂ 'ਤੇ ਤਾਂ ਵੀ ਉਹ ਐਕਸੈਪਟੇਬਲ ਹੈਗਾ ਐਟਲੀਸਟ 28 ਦਿਨ ਪੁਰਾਣਾ ਕਿਉਂਕਿ ਯੂਕੇ ਦੇ ਵਿੱਚ ਸਿਰਫ 3 ਚੀਜ਼ਾਂ ਦੇ ਉੱਤੇ ਵੀਜ਼ਾ ਨਿਰਧਾਰਿਤ ਹੈਗਾ ਆ। ਸਭ ਤੋਂ ਪਹਿਲਾਂ 28 ਦਿਨ ਪੁਰਾਣੇ ਤੁਹਾਡੇ ਫੰਡ ਸਟੇਟਮੈਂਟ ਹੋਣੀ ਚਾਹੀਦੀ ਹੈ ਤੁਹਾਨੂੰ ਉਸ ਚੀਜ਼ ਦੇ ਪੁਆਇੰਟ ਮਿਲਦੇ ਨੇ। ਦੂਸਰੀ ਚੀਜ਼ ਕੀ ਹੈਗੀ ਜਿਹੜੀ ਯੂਨੀਵਰਸਿਟੀ ਤੁਹਾਡੀ ਇੰਟਰਵਿਊ ਕਰਕੇ ਚਾਹੇ ਉਹ ਵਿਦਾਊਟ ਆਇਲਸ ਹੈ ਚਾਹੇ ਆਇਲਸ ਦੇ ਨਾਲ ਤੁਸੀਂ ਕੈਸ਼ ਲੈਟਰ ਲਈ
ਤੀਸਰੀ ਚੀਜ਼ ਤੁਹਾਡੇ ਮੈਡੀਕਲ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਅਗਰ ਤਿੰਨੇ ਚੀਜ਼ਾਂ ਤੁਸੀਂ ਕਲੀਅਰ ਕਰ ਰਹੇ ਹੋ ਤੇ 99% ਤੁਹਾਡਾ ਵੀਜ਼ਾ ਗ੍ਰਾਂਟ ਹੋਣ ਦੇ ਚਾਂਸਸ ਨੇ ਜੀ। ਤੇ ਹੁਣ ਸਟੂਡੈਂਟਸ ਲਈ ਜਦੋਂ ਹੁਣ ਸੈਪਟੈਂਬਰ ਜਾਂ ਜਨਵਰੀ ਇਨਟੇਕ ਦੀ ਅਸੀਂ ਗੱਲ ਕਰਦੇ ਹਾਂ ਜੀ, ਸਪਾਊਸ ਵਾਲੇ ਵੀ ਨਾਲ ਦੀ ਨਾਲ ਐਲੀਜੀਬਲ ਨੇ ਜੀ ਬਿਲਕੁਲ ਜੀ। ਸਪਾਊਸ ਤੁਸੀਂ ਇੱਕ ਦਿਨ ਜਿੱਦਾਂ ਮਤਲਬ ਫਸਟ ਡੇ ਤੋਂ ਵਾਈਫ ਟਰੈਵਲ ਕਰ ਰਹੀ ਹੈ, ਸੋ ਨਾਲ ਹੀ ਤੁਸੀਂ ਟਰੈਵਲ ਕਰੋਗੇ। ਅਗਰ ਤੁਹਾਡਾ ਸਪਾਊਸ ਦਾ ਮੈਰਿਜ ਜੈਨੂਇਨ ਹੈਗੀ, ਇਨਕਮ ਟੈਕਸ ਰਿਟਰਨਸ ਜੈਨੂਇਨ ਨੇ, ਪਲੱਸ ਜਿਹੜਾ ਤੁਹਾਡਾ ਹੈਗਾ ਆ ਫੰਡ ਵਗੈਰਾ ਜੈਨੂਇਨ ਹੈਗੇ ਆ, ਸੋ ਸਪਾਊਸ ਦੀ ਕੋਈ ਇੰਟਰਵਿਊ ਨਹੀਂ ਹੁੰਦੀ, ਕੋਈ ਉਹਦਾ ਸਟੱਡੀ ਨਹੀਂ ਦੇਖੀ ਜਾਂਦੀ ਹੋਗੀ, ਕੋਈ ਉਹਦਾ ਜੇ ਆਪਾਂ ਗੱਲ ਕੀਤੀ ਜਾਵੇ ਕਿ ਮੈਰਿਜ ਨਵੀਂ ਪੁਰਾਣੀ ਦਾ ਯੂਕੇ ਦੇ ਵਿੱਚ ਚੱਕਰ ਨਹੀਂ ਹੈਗਾ। ਸਿਰਫ ਤੁਹਾਡੇ ਕੋਲ ਫੰਡ 28 ਦਿਨ ਪੁਰਾਣੇ ਚਾਹੀਦੇ ਹੈਗੇ ਔਰ ਮੈਰਿਜ ਸਰਟੀਫਿਕੇਟ, ਵਿਆਹ ਦੀਆਂ ਫੋਟੋਆਂ ਚਾਹੀਦੀਆਂ ਕਿ ਤੁਸੀਂ ਵਾਕਿਆ ਹੀ ਪਤੀ ਪਤਨੀ ਹੋ, ਪਲੱਸ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਕਿ ਤੁਸੀਂ ਯੂਕੇ ਜਾ ਕੇ ਆਪਣੀ ਪੜ੍ਹਾਈ ਕਰ ਸਕਦੇ ਹੋ ਜੀ। ਤੇ ਹੁਣ ਜਿਵੇਂ ਲਾਕਡਾਊਨ ਦੀਆਂ ਬੰਦਿਸ਼ਾਂ ਹਟ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ ਜੀ, ਇਹਨਾਂ ਦਿਨਾਂ ਦੇ ਵਿੱਚ ਵੀ ਕੀ ਯੂਕੇ ਦੀ ਗਵਰਨਮੈਂਟ ਸਪਾਊਸ ਵੀਜ਼ੇ ਨੂੰ ਇਨਕਰੇਜ ਕਰੇਗੀ? ਜੀ ਬਿਲਕੁਲ ਜੀ। ਗੱਲ ਕੀਤੀ ਜਾਵੇ ਡੱਲਾ ਸਾਹਿਬ, ਇਸ ਟਾਈਮ ਸਰਕਾਰ ਜਿਹੜੀ ਹੈਗੀ ਆ, ਚਾਹੇ ਉਹ ਕੋਈ ਵੀ ਕੰਟਰੀ ਆ, ਸਰਕਾਰਾਂ ਕੋਲ ਇੰਨਾ ਜ਼ਿਆਦਾ ਜਿਹੜਾ ਪੈਸਾ ਨਹੀਂ ਹੈਗਾ ਹੁਣ, ਕਿਉਂਕਿ ਆਲਰੇਡੀ ਬਹੁਤ ਲਾਸ ਹੋ ਚੁੱਕਾ ਹੈਗਾ। ਸੋ ਯੂਨੀਵਰਸਿਟੀਆਂ ਵੀ ਉਹਨਾਂ ਦੇ ਉੱਤੇ ਦਬਾਅ ਬਣਾ ਰਹੀਆਂ ਹੈਗੀਆਂ ਗਵਰਨਮੈਂਟਸ ਦੇ ਉੱਤੇ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਅੱਗੇ ਹੋਰ ਸਰਵਾਈਵ ਕਰ ਸਕੀਏ, ਸੈਲਰੀਆਂ ਦੇ ਸਕੀਏ ਜਾਂ ਹੋਰ ਵੀ ਯੂਨੀਵਰਸਿਟੀਆਂ ਦੇ ਖਰਚੇ ਹੁੰਦੇ ਆ। ਸੋ ਸਰਕਾਰ ਉਹਨਾਂ ਨੂੰ ਪੈਸਾ ਦੇਣ ਤੇ ਥੋੜਾ ਜਿਹਾ ਆਨਾਕਾਨੀ ਕਰ ਰਹੀ ਆ। ਸੋ ਉਹਨਾਂ ਨੇ ਕਿਹਾ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ, ਐਟਲੀਸਟ ਸਾਨੂੰ ਅਪਰੂਵਲ ਦੇ ਦਿਓ ਕਿ ਅਸੀਂ ਬੱਚੇ ਹੀ ਬੁਲਾ ਲਈਏ ਤਾਂ ਜੋ ਸਾਡੇ ਕੋਲ ਕੁਝ ਰੈਵਨਿਊ ਆਵੇ ਜਿਹਦੇ ਨਾਲ ਅਸੀਂ ਆਪਣੀਆਂ ਸੈਲਰੀਆਂ ਕੱਢ ਸਕੀਏ, ਪਲੱਸ ਜਿਹੜਾ ਹੈਗਾ ਆ ਆਪਣਾ ਸਿਸਟਮ ਨੂੰ ਅੱਗੇ ਵਧਾ ਸਕੀਏ। ਸੋ ਦੂਜੀ ਗੱਲ ਕੀ ਹੈਗੀ, ਪਹਿਲਾਂ ਜਿਹੜੇ ਬੱਚੇ ਜਾਂਦੇ ਸੀਗੇ ਇੱਕ ਯੂਨੀਵਰਸਿਟੀ ਦੇ ਵਿੱਚ ਘੱਟ ਤੋਂ ਘੱਟ 4 ਤੋਂ 5000 ਸੀਟ ਹੁੰਦੀ ਸੀ ਇੱਕ ਇਨਟੇਕ ਦੇ ਵਿੱਚ ਜੀ। ਸੋ ਹੁਣ ਕੀ ਕਰ ਦਿੱਤਾ ਹੋਇਆ, ਉਹਨਾਂ ਨੇ 33% ਕੈਸ਼ ਇਸ਼ੂ ਕਰਨੇ ਹੈਗੇ ਨੇ, ਜਿੱਥੇ ਮੰਨ ਕੇ ਚੱਲੋ ਇੱਕ ਯੂਨੀਵਰਸਿਟੀ ਕੋ ਕੈਪੈਸਿਟੀ 4000 ਬੱਚਾ ਸੱਦਣ ਦੀ ਸੀਗੀ, ਉਹ 1000 ਬੱਚਾ ਜਾਂ 1500 ਬੱਚੇ ਨੂੰ ਹੀ ਸਤੰਬਰ ਇਨਟੇਕ ਦੇ ਵਿੱਚ ਕੈਸ਼ ਇਸ਼ੂ ਕਰੂਗੀ, ਕਿਉਂਕਿ ਸੋਸ਼ਲ ਜਿਹੜਾ ਡਿਸਟੈਂਸ ਹੈ ਉਹਨੂੰ ਮੇਨਟੇਨ ਰੱਖਣਾ ਹੈਗਾ ਆ। ਪਲੱਸ ਉਹ ਜਾ ਕੇ ਜਿਹੜੇ ਇੱਥੋਂ ਬੱਚੇ ਜਾ ਰਹੇ ਹੈਗੇ, ਮੇਨ ਗੱਲ ਹੈਗੀ ਹੈ ਕਿ ਉਹਨਾਂ ਨੂੰ ਉੱਥੇ 14 ਦਿਨ ਕੁਆਰੰਟਾਈਨ ਵੀ ਕਰਨਾ, ਉਹ ਵੀ ਸਰਕਾਰ ਨੇ ਔਰ ਯੂਨੀਵਰਸਿਟੀਆਂ ਨੇ ਅਰੇਂਜ ਕਰਨਾ ਹੈਗਾ। ਸੋ ਜੇ ਮੰਨ ਕੇ ਚੱਲੀਏ ਇੱਕ ਯੂਨੀਵਰਸਿਟੀ 4-5000 ਬੱਚਾ ਬੁਲਾ ਲੂਗੀ ਤਾਂ ਉਹਨਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੋ ਸਕਦੀ ਹੈ, ਮਤਲਬ ਘੱਟ ਬੱਚੇ ਬੁਲਾਉਣਗੇ ਇਸ ਟਾਈਮ, ਬਿਲਕੁਲ ਘੱਟ ਬੱਚੇ ਬੁਲਾਉਣਗੇ। ਸੋ ਉਹੀ ਬਾਰ-ਬਾਰ ਮੈਂ ਕਹਿਣਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਜਿਹੜਾ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ, ਚਾਹੇ ਵਿਦਆਊਟ ਆਇਲਸ ਹੈ, ਚਾਹੇ 6 ਬੈਂਡ ਹੈਗੇ ਤੁਹਾਡੇ, 2-3-4 ਸਾਲ ਤੱਕ ਗੈਪ ਹੈਗਾ ਤਾਂ ਵੀ ਕੋਈ ਉਹਨੂੰ ਜਸਟੀਫਾਈ ਕਰ ਦੋ ਗੈਪ। ਤੇ ਬਹੁਤ ਸਾਰੇ ਜਿਹੜੇ ਨਵੇਂ ਬੱਚਿਆਂ ਨੇ ਵੀ ਹੁਣ 10+2 ਕੀਤੀ ਹੈ ਜੀ, CBSE ਦੇ ਰਿਜ਼ਲਟ ਆ ਗਏ, ਪੰਜਾਬ ਬੋਰਡ ਦੇ ਵੀ ਆਉਣ ਵਾਲੇ ਆ ਜੀ ਜੀ, ਕੀ ਉਹ ਡਿਊਲਿੰਗੋ ਵੀ ਕਰ ਸਕਦੇ ਨੇ ਕਿਉਂਕਿ ਆਇਲਸ ਤਾਂ ਹੋ ਨਹੀਂ ਰਹੇ? ਜੀ ਬਿਲਕੁਲ, ਡੁਲਿੰਗੋ ਵੀ ਐਕਸੈਪਟੇਬਲ ਹੈਗਾ ਯੂਕੇ ਦੇ ਵਿੱਚ, ਪਲੱਸ ਜੇ ਆਇਲਸ ਕੀਤੀ ਆ ਜਾਂ PTE ਕੀਤੀ ਆ, ਜੇ ਵਿਦਆਊਟ ਆਇਲਸ ਕਰਨਾ ਚਾਹੁੰਦੇ ਓਵਰਆਲ 70%, ਪਲੱਸ ਇੰਗਲਿਸ਼ ਚੋਂ ਜੇ ਤੁਹਾਡੇ 60% ਨੰਬਰ ਹੈਗੇ +2 ਬੇਸ ਤੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਦੂਜੀ ਗੱਲ ਖਾਸ ਜਿਹੜੀ ਹੈਗੀ ਹੈ, +2 ਵਾਲੇ ਬੱਚਿਆਂ ਵਾਸਤੇ ਕਿਸੇ ਵੀ ਏਜੰਟ ਦੇ ਪਿੱਛੇ ਲੱਗ ਕੇ ਫੀਸ ਘੱਟ ਪੇ ਨਾ ਕਰਿਓ ਕਿ 2000 ਦੇ ਲਾਲਚ ਦੇ ਵਿੱਚ ਪਾਉਂਡ ਦੇ ਉੱਤੇ ਕੈਸ਼ ਮਿਲ ਜੂਗੀ, ਨਹੀਂ ਮਿਲੇਗੀ। ਸੋ ਮੈਂ ਅੱਜ ਆਪਣੀਆਂ 3-4 ਫੀਸਾਂ ਪੇ ਕੀਤੀਆਂ, ਯੂਨੀਵਰਸਿਟੀਆਂ ਵੱਲੋਂ ਸਾਫ਼ ਡੱਲਾ ਸਾਹਿਬ ਇਹ ਕਹਿ ਦਿੱਤਾ ਗਿਆ ਹੋਇਆ +2 ਵਾਲੇ ਬੱਚੇ ਨੂੰ ਜਿਹੜਾ ਬੱਚਾ ਸਾਲ ਦੀ ਫੀਸ ਪੇ ਕਰੇਗਾ ਉਸੇ ਬੱਚੇ ਨੂੰ ਕੈਸ਼ ਇਸ਼ੂ ਹੋਏਗੀ, ਨਹੀਂ ਤੇ ਨਹੀਂ ਹੋਏਗੀ। ਸੋ ਵੇਵਰ ਉਹਨਾਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਜਿਹੜੇ ਬੱਚੇ ਮਾਸਟਰਸ ਜਾਂ ਕਰਨ ਜਾ ਰਹੇ ਹੈਗੇ ਨੇ। ਸੋ ਜਿਹਨੇ ਬੈਚਲਰ ਕਰ ਰਹੀ ਹੈ, ਸਪਾਊਸ ਨਾਲ ਜਾ ਰਿਹਾ ਚਾਹੇ ਸਿੰਗਲ ਜਾ ਰਿਹਾ, ਉਹਦੇ ਕੋਲ ਆਪਸ਼ਨ ਹੈਗੀ ਆ ਕਿ ਤੁਸੀਂ 6 ਮਹੀਨੇ ਦੀ ਫੀਸ ਪੇ ਕਰਕੇ ਆ ਸਕਦੇ ਹੋ। ਜਿਹੜਾ ਬੱਚਾ ਗ੍ਰੈਜੂਏਸ਼ਨ ਕਰਨ ਜਾ ਰਿਹਾ ਉਹਨੂੰ ਸਾਲ ਦੀ ਹੀ ਫੀਸ ਪੇ ਕਰਨੀ ਪੈਣੀ। ਅਗਰ ਤੁਹਾਨੂੰ ਕੋਈ ਕਹਿ ਰਿਹਾ ਹੈਗਾ ਕਿ 6 ਮਹੀਨੇ ਦੀ ਫੀਸ ਦੇ ਉੱਤੇ ਮੈਂ ਤੁਹਾਨੂੰ ਕਲੈਰੀਫਾਈ ਕਰਵਾ ਦੂੰਗਾ, ਫਿਰ ਯੂਨੀਵਰਸਿਟੀ ਤੋਂ ਕਲੈਰੀਫਾਈ ਬੇਵਕੂਫ ਬਣਾ ਰਿਹਾ ਹੈਗਾ। ਸੋ ਕਲੀਅਰ ਕਰਕੇ ਫਿਰ ਹੀ ਸਟੈਪ ਚੱਕਿਓ, ਕਿਉਂਕਿ 12 ਤੋਂ 13 ਲੱਖ ਰੁਪਈਆ ਸਾਲ ਦੀ ਫੀਸ ਆ, ਅੰਬੈਸੀ ਫੀਸ ਵਗੈਰਾ ਪਾ ਕੇ 14-15 ਲੱਖ ਦਾ ਬਜਟ ਅਗਰ ਹੈਗਾ +2 ਵਾਲੇ ਬੱਚੇ ਕੋ ਤੇ ਤਾਂ ਯੂਕੇ ਅਪਲਾਈ ਕਰੋ। ਬਿਲਕੁਲ ਬਿਲਕੁਲ। ਔਰ ਕਾਸਟ ਲੈਟਰ ਹੁਣ ਤੁਹਾਨੂੰ ਕੀ ਲੱਗਦਾ ਕਦੋਂ ਆਉਣਗੇ? ਬਹੁਤ ਸਾਰੇ ਸਟੂਡੈਂਟ ਅਪਲਾਈ ਡੱਲਾ ਸਾਹਿਬ ਜੇ ਮੈਂ ਮੇਰੀਆਂ ਹੁਣ ਵੀ ਮੇਰੇ ਮੇਲ ਦੇ ਵਿੱਚ ਜਿਹੜੇ ਹੈਗੇ 2 ਬੱਚਿਆਂ ਦੇ ਕੈਸ਼ ਜਨਰੇਟ ਹੋ ਕੇ ਆ ਚੁੱਕੇ ਹੈਗੇ ਆ, ਕਿਉਂਕਿ ਡੱਲਾ ਸਾਹਿਬ ਟਾਈਮ ਬਹੁਤ ਘੱਟ ਰਹਿ ਚੁੱਕਾ ਹੈਗਾ ਸਤੰਬਰ ਦੇ ਵਿੱਚ। ਸੋ ਜੇ ਗੱਲ ਕੀਤੀ ਜਾਵੇ ਮਿਡ ਆਫ ਸਤੰਬਰ ਦੇ ਵਿੱਚ ਕਲਾਸਾਂ ਸਟਾਰਟ ਹੈਗੀਆਂ ਨੇ। ਸੋ ਕਈ ਬੱਚਿਆਂ ਨੇ ਜੇ ਫੰਡ ਵੀ ਅਰੇਂਜ ਕਰਨੇ ਹੈਗੇ ਆ, ਜਿਨ੍ਹਾਂ ਬੱਚਿਆਂ ਕੋਲ ਫੰਡ ਰੇਂਜ ਹੈਗੇ ਆ, ਸੋ ਉਹਨਾਂ ਦੀਆਂ ਕੈਸ਼ ਜਿਹੜੀਆਂ ਆ ਗਈਆਂ ਹੋਈਆਂ। ਹੁਣ ਅਸੀਂ ਉਹਨਾਂ ਦਾ ਵੀਜ਼ਾ ਪਰਪਸ ਵਾਸਤੇ ਮੈਡੀਕਲ ਵਗੈਰਾ ਕਰਾ ਕੇ ਉਹਨਾਂ ਦੀਆਂ ਅਪਾਇੰਟਮੈਂਟਾਂ ਲੈ ਕੇ ਫਾਈਲਾਂ ਜਮ੍ਹਾਂ ਕਰਨੀਆਂ ਸਟਾਰਟ ਕਰ ਦਿੱਤੀਆਂ ਹੋਈਆਂ ਨੇ ਜੀ। ਬਿਲਕੁਲ ਠੀਕ ਹੈ। ਸੋ ਕਾਸਟ ਲੈਟਰ ਵੀ ਜਿਹੜੇ ਨੇ ਉਹਨਾਂ ਬਾਰੇ ਵੀ ਕਲੈਰੀਫਿਕੇਸ਼ਨ ਹੈ ਜਿਹੜੀ ਸਾਨੂੰ ਗੈਵੀ ਕਲੇਰ ਜੀ ਨੇ ਦਿੱਤੀ ਹੈ। ਸਕਸੈਸ ਰੇਟ ਕਿਹੋ ਜਿਹੀ ਲੱਗਦੀ ਹੈ ਗੈਵੀ ਜੀ? ਕਿੰਨਾ ਸਕਸੈਸ ਰੇਟ ਇਸ ਵਾਰ ਮਿਲਣ ਦੀ ਆਸ ਹੈ? ਡੱਲਾ ਸਾਹਿਬ ਜਿੱਦਾਂ ਬੜੀ ਮਹਾਰਾਜ ਦੀ ਕਿਰਪਾ ਰਹੀ ਸੀ, ਲਾਸਟ ਟਾਈਮ ਵੀ ਕਾਫੀ ਵਧੀਆ ਰਿਜ਼ਲਟ ਆਏ ਸੀ ਸਾਡੇ। ਅਸੀਂ 60 ਤੋਂ 70 ਵੀਜ਼ੇ ਲਏ ਸੀਗੇ ਜਿਹੜੇ
ਜਨਵਰੀ ਇਨਟੇਕ ਦੇ ਸਾਡਾ ਇੱਕ ਬੱਚੇ ਦਾ ਵੀਜ਼ਾ ਰਿਫਿਊਜ਼ ਹੋਇਆ ਸੀ, ਉਹ ਵੀ ਤਾਂ ਕਿ ਵੀਜ਼ਾ ਅਫਸਰ ਨੇ ਬੱਚੇ ਨੂੰ ਇੰਟਰਵਿਊ ਕਾਲ ਕੀਤੀ ਸੀ, ਬੱਚਾ ਪ੍ਰਪੇਅਰ ਨਹੀਂ ਸੀਗਾ, ਤਾਂ ਕਰਕੇ ਵੀਜ਼ਾ ਇੱਕ ਰਿਫਿਊਜ਼ ਸਿਰਫ ਇੱਕੋ ਰਿਜੈਕਟ ਹੋਇਆ, ਇੱਕ ਵੀਜ਼ਾ ਰਿਜੈਕਟ ਹੋਇਆ ਸੀ, ਉਸ ਤੋਂ ਇਲਾਵਾ ਕੋਈ ਵੀ ਵੀਜ਼ਾ ਰਿਜੈਕਟ ਨਹੀਂ ਹੋਇਆ। ਦੂਜੀ ਗੱਲ, ਕਈ ਜਿਹੜੇ ਬੱਚੇ ਸੀਗੇ ਸਾਡੇ ਜਿਨ੍ਹਾਂ ਦੇ ਲੋਕਡਾਊਨ ਦੇ ਦੌਰਾਨ ਪਾਸਪੋਰਟ ਸੀਗੇ ਜਿਹੜੇ ਰਿਸੀਵ ਨਹੀਂ ਹੋਏ ਸੀਗੇ, ਹੁਣ ਸਾਨੂੰ 6-7 ਪਾਸਪੋਰਟ ਰਿਸੀਵ ਹੋਏ, ਉਹਨਾਂ ਦੇ ਉੱਤੇ ਵੀ ਇਵਨ ਵੀਜ਼ੇ ਗ੍ਰਾਂਟ ਹੋਏ ਨੇ। ਹੁਣ ਉਹਨਾਂ ਦੇ ਜਿਹੜੇ ਹੈਗੇ ਆ ਫਰਦਰ ਅਸੀਂ ਨਵੇਂ ਇਨਟੇਕ ਦੀ ਕੈਸ਼ ਲੈਟਰ ਲੈ ਕੇ ਸਟicker ਚੇਂਜ ਕਰਕੇ ਦੈਨ ਉਸ ਤੋਂ ਬਾਅਦ ਉਹਨਾਂ ਨੂੰ ਵੀ ਫਲਾਈ ਕਰਵਾਉਣ ਜਾ ਰਹੇ ਹਾਂ। ਅੱਛਾ, ਜਿਨ੍ਹਾਂ ਦੇ ਵੀਜ਼ੇ ਜਾਂ ਜਿਨ੍ਹਾਂ ਦੇ ਲਾਕਡਾਊਨ ਤੋਂ ਪਹਿਲਾਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਦੇ ਪਾਸਪੋਰਟ ਮੁੜ ਰਹੇ ਨੇ ਹੁਣ, ਜੀ ਤੇ ਉਹਨਾਂ ਲਈ ਵੀ ਕੋਈ ਨਵੀਂ ਫਾਰਮੈਲਿਟੀ ਜਿਹੜੇ ਬੱਚਿਆਂ ਦੇ ਕਈਆਂ ਦੇ ਬਲੂ ਡਾਰਟ ਦੇ ਵਿੱਚ ਪਾਸਪੋਰਟ ਫਸ ਗਏ ਸੀਗੇ, ਨਹੀਂ ਆ ਪਾਏ ਸੀਗੇ ਲਾਕਡਾਊਨ ਦੇ ਦੌਰਾਨ, ਉਹਨਾਂ ਬੱਚਿਆਂ ਦੇ ਸਟicker, ਕਿਉਂਕਿ ਯੂਕੇ 1 ਮਹੀਨੇ ਦਾ ਸਟicker ਵੀਜ਼ਾ ਦਿੰਦਾ ਸੀਗਾ, ਹੁਣ ਕੀ ਉਹਨਾਂ ਨੇ ਕਰ ਦਿੱਤਾ ਵੀ ਜੇ ਤੁਸੀਂ ਮਾਰਚ ਜਾਂ ਅਪ੍ਰੈਲ ਇਨਟੇਕ 'ਚ ਨਹੀਂ ਸੀ ਜੁਆਇਨ ਕਰ ਸਕੇ, ਲਾਕਡਾਊਨ ਹੋ ਗਿਆ ਸੀਗਾ, ਤੁਹਾਨੂੰ ਪਾਸਪੋਰਟ ਨਹੀਂ ਮਿਲ ਪਾਇਆ, ਹੁਣ ਉਹਦੇ ਵਾਸਤੇ ਕਿ ਤੁਹਾਨੂੰ ਅਗਲੇ ਇਨਟੇਕ ਸਤੰਬਰ ਦੀ ਨਵੀਂ ਕੈਸ਼ ਲੈਟਰ ਲੈਣੀ ਪਵੇਗੀ, ਪਲੱਸ ਜਿਹੜੀਆਂ ਤੁਹਾਡੇ ਤੁਸੀਂ ਫੰਡ ਸ਼ੋ ਕੀਤੇ ਸੀ ਉਹਦੀ ਨਵੀਂ ਬੈਂਕ ਸਟੇਟਮੈਂਟ, ਬੈਲੈਂਸ ਸਰਟੀਫਿਕੇਟ ਲੈਣਾ ਪਏਗਾ, ਉਹ ਲੈ ਕੇ ਤੁਸੀਂ VFS ਪਾਸਪੋਰਟ ਜਮ੍ਹਾਂ ਕਰਾਓਗੇ, ਕੋਈ ਤੁਹਾਡੇ ਕੋਲ ਐਮਬੈਸੀ ਫੀਸ ਨਹੀਂ ਲਈ ਜਾਏਗੀ, ਕੋਈ ਕੁਝ ਨਹੀਂ ਹੋਏਗਾ। ਉਹ ਨਵਾਂ ਸਟicker ਆ ਜਿਹੜਾ ਤੁਹਾਡਾ 3 ਮਹੀਨੇ ਦਾ, ਹੁਣ ਮੇਨ ਗੱਲ ਉਹਨਾਂ ਸਟicker ਵੀ ਜਿਹੜਾ ਵਾ ਯੂਕੇ ਨੇ 3 ਮਹੀਨੇ ਦਾ ਕਰ ਦਿੱਤਾ, 3 ਮਹੀਨੇ ਦਾ ਕਰ ਦਿੱਤਾ, ਉਹ ਨਵਾਂ ਸਟicker ਲਾ ਕੇ ਸੋ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਬਿਲਕੁਲ ਠੀਕ ਹੈ ਜੀ। ਸੋ ਬਹੁਤ ਇੰਪੋਰਟੈਂਟ ਅਪਡੇਟ ਨੇ ਜਿਹੜੇ ਗੈਵੀ ਕਲੀਅਰ ਸਾਹਿਬ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਗੈਵੀ ਜੀ, 2 ਸ਼ਬਦਾਂ 'ਚ ਕੋਈ ਖਾਸ ਸੁਨੇਹਾ ਅਖੀਰ 'ਚ ਦੇਣਾ ਚਾਹੁੰਦੇ ਹੋ? ਮੇਨ ਗੱਲ ਇਹੀ ਹੈ ਜੀ, ਅਜੇ ਫਿਲਹਾਲ ਆਸਟ੍ਰੇਲੀਆ ਜਾਂ ਕੈਨੇਡਾ ਵੱਲੋਂ ਕੋਈ ਵੀ ਏਡੀ ਵਧੀਆ ਖਬਰ ਨਹੀਂ ਆ ਰਹੀ ਹੈਗੀ। ਜਿਹੜੇ ਬੱਚੇ ਲਾਹਾ ਲੈਣਾ ਚਾਹੁੰਦੇ ਨੇ ਯੂਕੇ, ਉਹ ਇਮੀਡੀਏਟਲੀ ਅਪਲਾਈ ਕਰੋ, ਚਾਹੇ ਵਿਦਆਊਟ ਆਇਲਸ ਹੈ, ਚਾਹੇ ਆਇਲਸ ਵਾਲਾ ਬੱਚਾ ਅਪਲਾਈ ਉਹਦੇ ਕੋਲੋਂ ਕਰਿਓ ਜਿੰਨੇ ਪਹਿਲਾਂ ਵੀਜ਼ੇ ਲਵਾਏ ਨੇ। ਆਪਣਾ ਟਾਈਮ ਵੇਸਟ ਨਾ ਕਰਿਓ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ 33% ਕੈਸ਼ ਇਸ਼ੂ ਹੋਣੇ ਆ, ਇਸ ਤੋਂ ਅੱਗੇ ਕੈਸ਼ ਨਹੀਂ ਇਸ਼ੂ ਹੋਣੇ, ਤਾਂ ਜੋ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਪੈਸਾ ਨਾ ਵੇਸਟ ਕਰਿਓ ਕਿ ਤਾਂ ਜੋ ਮੁੜ ਕੇ ਤੁਹਾਨੂੰ ਦੁਬਾਰਾ ਵਾਪਸ ਕਰਾਉਣਾ ਪਵੇ। ਸੋ ਚੰਗੀ ਤਰ੍ਹਾਂ ਤੁਸੀਂ ਸਾਰੇ, ਕਿਉਂਕਿ ਆਲਰੇਡੀ ਕਰੋਨਾ ਨੇ ਬਹੁਤ ਹਾਲਾਤ ਕਾਰੋਬਾਰ ਦੇ ਖਰਾਬ ਕਰ ਦਿੱਤੇ ਹੋਏ ਆ। ਸੋ ਜਿਹੜੇ ਵੀ ਤੁਹਾਡੇ ਕੋਲ ਸੇਵਿੰਗਸ ਪਈਆਂ ਉਹਨੂੰ ਸਹੀ ਏਜੰਟ ਦੀ ਸਲਾਹ ਦੇ ਨਾਲ ਫਿਰ ਹੀ ਆਪਣਾ ਅੱਗੇ ਵਧੋ। ਔਰ ਹੁਣ ਮੈਂ ਇੱਕ ਚਾਹੁੰਦਾ ਕਿ ਆਸਟ੍ਰੇਲੀਆ ਦੇ ਵੀ ਛੋਟਾ ਜਿਹਾ ਅਪਡੇਟ ਦੇ ਦਿਓ। ਆਸਟ੍ਰੇਲੀਆ ਬਾਰੇ ਕੀ ਅਪਡੇਟ ਹੈ? ਜੀ ਡੱਲਾ ਸਾਹਿਬ, ਜੇ ਲਾਸਟ ਮੰਥ ਦੀ ਗੱਲ ਕੀਤੀ ਜਾਵੇ, ਡੱਲਾ ਸਾਨੂੰ ਲੱਗਦਾ ਸੀਗਾ ਕਿ ਨਵੰਬਰ ਇਨਟੇਕ ਸ਼ਾਇਦ ਓਪਨ ਕਰ ਦੇਵੇ ਆਸਟ੍ਰੇਲੀਆ। ਸੋ ਆਸਟ੍ਰੇਲੀਆ ਦੇ ਵੱਲੋਂ ਅਜੇ ਕੀ ਹੈਗਾ ਵਾ ਵੀ ਕੋਈ ਵੀ ਅਪਡੇਸ਼ਨ ਨਹੀਂ ਆਈ। ਨੋ ਡਾਊਟ ਯੂਨੀਵਰਸਿਟੀਆਂ ਆਫਰ ਲੈਟਰ ਇਸ਼ੂ ਕਰ ਰਹੀਆਂ ਨੇ, COE ਵੀ ਆ ਰਹੀਆਂ ਹੈਗੀਆਂ ਬੱਚਿਆਂ ਦੀਆਂ, ਬਟ ਅਸੀਂ ਆਪਣੀਆਂ ਫਾਈਲਸ ਜਿਹੜੀਆਂ ਸਟਾਪ ਕੀਤੀਆਂ ਹੋਈਆਂ ਜਿਹੜੀਆਂ ਹਾਈ ਕਮਿਸ਼ਨ ਦੇ ਵਿੱਚ ਨਹੀਂ ਅਪਲੋਡ ਕਰ ਰਹੇ ਹੈਗੇ। ਉਹਦਾ ਕਾਰਨ ਕੀ ਹੈਗਾ ਡੱਲਾ ਸਾਹਿਬ? ਪਿਛਲੇ ਹਫਤੇ ਤੋਂ ਮੈਲਬਨ ਨੂੰ ਦੁਬਾਰਾ ਤੋਂ 6 ਹਫ਼ਤੇ ਵਾਸਤੇ ਉਹਨਾਂ ਨੇ ਲੋਕਡਾਊਨ ਕਰ ਦਿੱਤਾ ਹੈਗਾ। ਉਹਦਾ ਕਾਰਨ ਕੀ ਹੈਗਾ ਵੀ ਕਾਫੀ ਜ਼ਿਆਦਾ ਕੇਸਸ ਉੱਥੇ ਜਿਹੜੇ ਆ ਆਏ ਆ। ਲਾਸਟ ਜੇ ਕੱਲ ਦੀ ਗੱਲ ਕੀਤੀ ਜਾਵੇ 250 ਤੋਂ 300 ਕੇਸ ਪਰ ਡੇ ਉੱਥੇ ਆ ਰਿਹਾ ਹੈਗਾ। ਆਈ ਥਿੰਕ 2000 ਪਲੱਸ ਕੇਸ ਉੱਥੇ ਹੋ ਚੁੱਕਾ ਹੈ। ਸੋ 6 ਹਫ਼ਤੇ ਲਈ ਜਿਹੜਾ ਵਾ ਉਹਨਾਂ ਨੇ ਮੈਲਬਨ ਨੂੰ ਬਿਲਕੁਲ ਸੀਲ ਕੀਤਾ ਹੋਇਆ। ਜਿੱਦਾਂ ਹੀ ਮੈਲਬਨ ਦੇ ਵਿੱਚ ਸਥਿਤੀ ਠੀਕ ਹੋ ਜਾਏਗੀ, ਸੋ ਉਸ ਤੋਂ ਬਾਅਦ ਆਸ ਹੈਗੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਰੀਜਨਲ ਏਰੀਏ ਖੋਲਣਗੇ, ਜਿੱਦਾਂ ਸਿਡਨੀ ਦੇ ਲਾਗੇ ਹੋ ਗਏ, ਜਾਂ ਆਪਾਂ ਬ੍ਰਿਸਬੇਨ ਸਾਈਡ ਕਹਿ ਲਈਏ, ਤਸਮਾਨੀਆ ਕਰ ਲਈਏ, ਜਾਂ ਆਪਾਂ ਐਡੀਲੇਡ ਨੂੰ ਕਰ ਲਈਏ, ਜਾਂ ਪਰਥ ਕਰ ਲਈਏ। ਸੋ ਮੈਲਬਨ ਦੀ ਅਜੇ ਕੋਈ ਆਸ ਨਹੀਂ ਹੈਗੀ ਵੀ ਜਲਦੀ ਖੁੱਲ ਜੇ। ਸੋ ਬਾਕੀ ਆਈ ਹੋਪ ਆਸਟ੍ਰੇਲੀਆ ਨੂੰ ਲੈ ਕੇ ਸਟੂਡੈਂਟਸ ਦੇ ਮਨ 'ਚ ਨਾ ਵਹਿਮ ਬੜਾ ਹੈ ਕਿ ਆਸਟ੍ਰੇਲੀਆ ਕਦੋਂ ਖੁੱਲੂ, ਕਦੋਂ ਤੱਕ ਬੰਦ ਰਹੂਗਾ। ਜੋ ਮੈਨੂੰ ਆਸ ਲੱਗ ਰਹੀ ਹੈ ਡੱਲਾ ਸਾਹਿਬ ਵੀ ਨੈਕਸਟ ਈਅਰ ਜਨਵਰੀ ਦੇ ਵਿੱਚ ਹੀ ਇਹ ਓਪਨ ਕਰਨਗੇ। ਸੋ ਜਿਹੜੀਆਂ ਇਹਨਾਂ ਦੀਆਂ ਗਾਈਡਲਾਈਨਸ ਨੇ, ਆਈ ਥਿੰਕ ਮੈਨੂੰ ਲੱਗਦਾ ਆ ਵੀ ਸਤੰਬਰ ਅਕਤੂਬਰ 'ਚ ਆਉਣਗੇ, ਉਹਦੇ ਵਿੱਚ ਦੱਸਣਗੇ। ਸੋ ਜੇ ਗੱਲ ਕੀਤੀ ਜਾਵੇ ਹੁਣ ਇਨਟੇਕ ਵੀ ਆਲਮੋਸਟ ਆਪਣਾ ਜੁਲਾਈ ਖਤਮ ਹੋ ਗਿਆ, ਅਗਲਾ ਇਨਟੇਕ ਵੀ ਮੋਸਟਲੀ ਜ਼ਿਆਦਾਤਰ ਯੂਨੀਵਰਸਿਟੀਆਂ ਦੇ ਵਿੱਚ ਫੈਬਰੀ ਆ। ਨਵੰਬਰ ਇਨਟੇਕ ਹੈਗਾ ਦੋ ਚਾਰ ਯੂਨੀਵਰਸਿਟੀਜ਼ ਦੇ ਵਿੱਚ, ਬਟ ਗੱਲ ਫਿਰ ਉੱਥੇ ਹੀ ਆਊਗੀ ਜਿੰਨਾ ਚਿਰ ਉਹਨਾਂ ਦੀ ਸਥਿਤੀ ਠੀਕ ਨਹੀਂ ਹੋਏਗੀ ਉਹਨਾਂ ਚਿਰ ਉਹ ਸਟੂਡੈਂਟਸ ਨਹੀਂ ਐਕਸੈਪਟ ਕਰਨਗੇ। ਮਤਲਬ ਤੁਹਾਨੂੰ ਲੱਗਦਾ ਹੈ ਕਿ ਫੈਬਰਰੀ ਇਨਟੇਕ ਤੋਂ ਜਨਵਰੀ ਜਾਂ ਫਰਵਰੀ ਨੂੰ ਫੋਕਸ ਰੱਖਣ? ਜੀ ਬਿਲਕੁਲ, ਜਨਵਰੀ ਇਨਟੇਕ ਮੈਂ ਫੋਕਸ ਜਿਹੜਾ ਕਰ ਰਿਹਾ। ਮੇਰੇ ਜਿੰਨੀਆਂ ਵੀ ਸਤੰਬਰ ਦੀਆਂ ਚਾਹੇ ਅਗਸਤ ਦੀਆਂ ਆਫਰ ਲੈਟਰ ਨੇ, ਮੈਂ ਸਾਰਿਆਂ ਦੀਆਂ ਹੀ ਫੀਸਾਂ ਜਿਹੜੀਆਂ ਟ੍ਰਾਂਸਫਰ ਕਰਾਈਆਂ ਡੈਫਰ ਆਫਰ ਜਨਵਰੀ ਦਾ ਲੈ ਕੇ, ਉਹਨਾਂ ਦੀਆਂ COE ਕਢਾ ਕੇ ਰੱਖ ਲਈਆਂ ਹੋਈਆਂ। ਜਿੱਦਾਂ ਹੀ ਕੋਈ ਸਹੀ ਨਿਊਜ਼ ਆਏਗੀ ਅਸੀਂ ਵੀਜ਼ੇ ਵਾਸਤੇ ਅਪਲੋਡ ਕਰ ਦਾਂਗੇ। ਬਿਲਕੁਲ। ਸੋ ਤੁਸੀਂ ਆਸਟ੍ਰੇਲੀਆ ਲਈ ਜਨਵਰੀ ਔਰ ਫੈਬਰਰੀ ਇਨਟੇਕ ਤੇ ਫੋਕਸ ਰੱਖ ਕੇ ਗੈਵੀ ਕਲੀਅਰ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਕੋਈ ਹੋਰ ਕਲੈਰੀਫਿਕੇਸ਼ਨ ਜਿਹੜੀ ਲੈਣੀ। ਬਹੁਤ ਬਹੁਤ ਧੰਨਵਾਦ ਗੈਵੀ ਜੀ, ਤੁਸੀਂ ਸਮਾਂ ਕੱਢਿਆ ਤੇ ਬਹੁਤ ਅਹਿਮ ਜਾਣਕਾਰੀ ਦਿੱਤੀ। ਥੈਂਕ ਯੂ।